ਅੱਜ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਨੂੰ ਸਮਰਪਿਤ ਹਰ ਸਾਲ ਵਾਂਗੂ ਬੜੇ ਸਤਿਕਾਰ ਨਾਲ ਬੜੇ ਅਦਬ ਨਾਲ ਮਜੀਠੇ ਦੀ ਸਾਧ ਸੰਗਤ ਨੇ ਬੜੀ ਵੱਡੀ ਗਿਣਤੀ 'ਚ ਹੁਕਮ ਆ ਕੇ ਇੱਕ ਨਗਰ ਕੀਰਤਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਪੰਜ ਪਿਆਰਿਆਂ ਦੀ ਅਗਵਾਈ 'ਚ ਨਾਗਨਵੇਂ ਪਿੰਡ ਮਜੀਠੇ ਹਲਕੇ ਤੋਂ ਨਿਕਲਿਆ ਔਰ ਸ਼੍ਰੀ ਅਨੰਦਪੁਰ ਸਾਹਿਬ ਇਹ ਨਗਰ ਕੀਰਤਨ ਚੱਲਿਆ। ਗੁਰੂ ਸਾਹਿਬ ਮਿਹਰ ਕਰਨ ਬਖਸ਼ਿਸ਼ ਕਰਨ ਕਿ ਜਦ ਵੀ ਸਤਿਕਾਰਯੋਗ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਦਾ ਨੌ ਗੁਰੂ ਦੀਆਂ ਸੰਗਤਾਂ ਲੈਂਦੀਆਂ ਨੇ, ਨਾਲ ਹੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦੀ ਟੋਲਰੈਂਸ ਵਾਸਤੇ ਜੇ ਧਰਮ ਦੀ ਰੱਖਿਆ ਵਾਸਤੇ ਜੋ ਅੱਜ ਕੱਲ੍ਹ ਦੇ ਜ਼ਮਾਨੇ 'ਚ ਆਮ ਵੇਖਣ ਨੂੰ ਮਿਲ ਰਿਹਾ ਕਿ ਕੀ ਹਾਲਾਤ ਹੋਏ ਇੱਕ ਦੂਜੇ ਦੇ ਧਰਮਾਂ ਪ੍ਰਤੀ ਜੋ ਸਤਿਕਾਰ ਹੋਇਆ, ਉਹਦੇ ਵਾਸਤੇ ਜੋ ਉਹਨਾਂ ਨੇ ਲਾਸਾਨੀ ਕੁਰਬਾਨੀ ਦਿੱਤੀ, ਸ਼ਹਾਦਤ ਦਿੱਤੀ, ਜਾਂ ਸਾਹਿਬੇ ਕਮਾਲ ਸਰਬੰਸਦਾਨੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਜੋ ਹੱਕ ਸੱਚ ਵਾਸਤੇ ਕੁਰਬਾਨੀਆਂ ਦਿੱਤੀਆਂ ਨੇ, ਸ਼ਹਾਦਤਾਂ ਦਿੱਤੀਆਂ ਨੇ, ਉਹਨਾਂ ਜਿੱਥੇ ਯਾਦ ਕਰ ਤੇ ਮੈਂ ਸਮਝਦਾ ਕਿ ਗੁਰੂ ਸਾਹਿਬ ਦੇ ਦੱਸੇ ਹੋਏ ਰਸਤੇ 'ਤੇ ਹੱਕ ਸੱਚ ਦੀ ਗੱਲ ਕਰਨ ਵਾਸਤੇ ਗੁਰੂ ਦੀਆਂ ਸੰਗਤਾਂ ਜਿੱਥੇ ਉਹਨਾਂ ਨੂੰ ਪ੍ਰੇਰਨਾ ਵੀ ਮਿਲਦੀ ਆ ਔਰ ਗੁਰੂ ਨਾਲ ਜੁੜਨ ਦਾ ਮੌਕਾ ਵੀ ਮਿਲਦਾ। ਇਸ ਲਈ ਗੁਰੂ ਕਿਰਪਾ ਕਰਨ ਇਹ ਸੇਵਾਵਾਂ ਸਦਾ ਹੀ ਇਸੇ ਤਰ੍ਹਾਂ ਗੁਰੂ ਦੀਆਂ ਸੰਗਤਾਂ ਤੋਂ ਕੱਲ ਆਇਆ ਉਹਦੇ ਵਿੱਚ ਆਮ ਆਦਮੀ ਪਾਰਟੀ ਨੂੰ ਬਣਤਰ ਦਿਖਾਈ ਜਾਂ ਅਕਾਲੀ ਦਲ ਦੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜਿਹੜੀ ਪੰਜਾਬ ਦੀ ਪਰਫਾਰਮੈਂਸ ਹੈ? ਮੈਂ ਬੜਾ ਖੁਸ਼ ਹਾਂ ਜੀ। ਪਿਛਲੀ ਵਾਰੀ ਵੀ ਇਹ ਸਰਵੇ ਆਇਆ ਸੀ ਔਰ ਮੈਂ ਕਾਗਜ਼ ਕੱਢ ਕੇ ਲਿਆਇਆ। ਪਿਛਲੀ ਵਾਰੀ ਪੰਜਾਬ 'ਚ ਆਪ ਨੂੰ ਇਹਨਾਂ ਨੇ ਦਿੱਤੀਆਂ ਸੀ 95 ਤੋਂ 100 ਸੀਟਾਂ ਤੇ ਨਿਕਲੀਆਂ ਕਿੰਨੀਆਂ? 20 ਸੀਟਾਂ। ਐਤਕੀ ਦਿੱਤੀਆਂ 50, ਨਿਕਲੀਆਂ ਕਿੰਨੀਆਂ? 0। ਇਹਦਾ ਤਾਂ ਹੀ ਮਤਲਬ ਹੋਇਆ। ਇਸ ਲਈ ਇਸੇ ਤਰ੍ਹਾਂ ਇਹ ਸੀ ਵੋਟਰ ਨੇ ਕਈ ਥਾਂ ਇਹੋ ਜਿਹੇ ਕੰਮ ਕੀਤੇ ਆ। ਇਹਨਾਂ ਨੇ ਉੱਤਰ ਪ੍ਰਦੇਸ਼ ਦੀ ਇਲੈਕਸ਼ਨ 'ਚ 17 'ਚ ਭਾਜਪਾ ਨੂੰ 142 ਸੀਟਾਂ ਦਿੱਤੀਆਂ ਸੀ, ਨਿਕਲੀਆਂ 312। ਸਪਾ ਨੂੰ 141 ਦਿੱਤੀਆਂ ਸੀ, ਰਹਿ ਗਈ ਉਹ 50 ਤੋਂ ਥੱਲੇ ਚੱਲੀ। ਇਸੇ ਤਰ੍ਹਾਂ ਪੰਜਾਬ ਦੀ ਓਪੀਨੀਅਨ ਪੋਲ 'ਚ ਜਿਹੜਾ ਇਹਨਾਂ ਨੇ ਸੀ ਵੋਟਰ ਨੇ ਕੀਤਾ ਸੀ, ਕਾਂਗਰਸ ਪਾਰਟੀ ਨੂੰ ਕੱਢੀਆਂ ਸੀ 11 ਸੀਟਾਂ ਪਿਛਲੀ ਵਾਰੀ 17 'ਚ ਤੇ ਆਈਆਂ ਉਹਨਾਂ ਦੀਆਂ 77 ਤੇ ਜਿਨ੍ਹਾਂ ਨੂੰ ਦਿੱਤੀਆਂ ਸੀ 90 ਤੋਂ 100 ਉਹਨਾਂ ਦੀਆਂ ਆਈਆਂ 20 ਤੇ ਐਤਕੀ ਤਾਂ ਦਿੱਤੀ 40 ਤੋਂ 50। ਫਿਰ ਤਾਂ ਮੈਨੂੰ ਲੱਗਦਾ ਇੱਕ ਅੱਧੀ ਆ ਜੇ ਤੇ ਬੜੀ ਪ੍ਰਾਪਤੀ ਹੋਊਗੀ। ਇਸ ਲਈ ਇਹ ਵੋਟ ਸੀ, ਮੈਂ ਇਹਦੇ ਬਾਰੇ ਕੀ ਕਮੈਂਟ ਕਰਨਾ ਹੈ। ਇਹ ਕਿੰਨੀ ਵਾਰੀ ਗਲਤ ਹੋਇਆ ਔਰ ਇਹ ਕਿਸ ਤਰੀਕੇ ਨਾਲ ਕੱਢੇ ਜਾਂਦੇ ਆ, ਕਿਵੇਂ ਕੱਢੇ ਜਾਂਦੇ, ਇਹ ਤੇ ਬੜੇ ਸਵਾਲ ਉੱਠਦੇ ਰਹੇ ਆ। ਇਸ ਲਈ ਮੈਂ ਇਹਦੇ ਬਾਰੇ ਜ਼ਿਆਦਾ ਟਿੱਪਣੀ ਨਹੀਂ ਕਰਨੀ। ਲੋਕ ਅੱਜ ਚਾਹੇ ਦਿੱਲੀ ਮਾਡਲ ਹੈ, ਚਾਹੇ ਉਹ ਪੰਜਾਬ ਦੀ ਕਾਂਗਰਸ ਦੀ ਸਰਕਾਰ ਦਾ ਮਾਡਲ ਹੈ, ਉਸ ਤੋਂ ਦੋਵਾਂ ਤੋਂ ਦੁਖੀ ਆ ਔਰ ਲੋਕਾਂ ਨੂੰ ਚਾਹੀਦਾ ਜੋ ਸੱਚੇ ਗੱਲ ਕਰਨ, ਜੋ ਅਸਲੀਅਤ ਦੀ ਗੱਲ ਕਰਨ, ਜੋ ਕਿਹਾ ਉਹ ਕਰਕੇ ਵਿਖਾਓ। ਔਰ ਬਾਦਲ ਸਾਹਿਬ ਨੇ ਪਹਿਲਾਂ ਵੀ ਚਾਹੇ ਉਹ ਐਸਸੀ ਭਾਈਚਾਰੇ ਦੀ ਸਕੀਮਾਂ ਨੇ, ਚਾਹੇ ਕਿਸਾਨ ਭਰਾਵਾਂ ਵਾਸਤੇ ਸਕੀਮਾਂ ਨੇ, ਚਾਹੇ 5 ਰੁਪਏ ਬੱਤੀ ਦੇਣ ਦੀ ਗੱਲ ਹੈ, ਚਾਹੇ ਮੁਲਾਜ਼ਮ ਵਰਗ ਦੀ ਗੱਲ ਹੈ, ਹਰ ਖੇਤਰ 'ਚ ਆਪ ਦੇ ਜੋ ਕੰਮ ਕੀਤੇ ਉਹ ਕੰਮ ਬੋਲਦੇ। ਔਰ ਸਾਨੂੰ ਪੂਰੀ ਆਸ ਹੈ ਕਿ ਜਿਹੜੇ 13 ਪ੍ਰੋਗਰਾਮ ਕੱਢੇ ਆ ਮਾਤਾ ਖੀਵੀ ਜੀ ਵੱਲੋਂ, ਜੋ ਸਤਿਕਾਰ ਵਜੋਂ 2000 ਰੁਪਈਆ ਦੇਣਾ ਹਰ ਘਰ ਦੀ ਜਿਹੜੀ ਘਰ ਚਲਾਉਂਦੀ ਹੈ ਉਸ ਭੈਣ ਨੂੰ, ਮਾਤਾ ਨੂੰ, ਜਾਂ 10 ਰੁਪਏ ਡੀਜ਼ਲ ਦੇ ਭਾਅ ਐਗਰੀਕਲਚਰ ਵਾਸਤੇ ਸਸਤੇ ਕਰਨੇ ਆ, ਜਾਂ ਲੋਨ ਜੋ ਦੇਣੇ ਆ ਐਜੂਕੇਸ਼ਨ ਵਾਸਤੇ, ਇਹ 'ਚ ਕਈ ਹੋਰ ਸਕੀਮਾਂ, 400 ਯੂਨਿਟ ਬਿਜਲੀ ਦੇ ਮਾਫ ਹੋਣੇ, ਕਈ ਸਕੀਮਾਂ ਲੋਕ ਉੱਤੇ ਵਿਸ਼ਵਾਸ ਕਰਕੇ ਸ਼੍ਰੋਮਣੀ ਅਕਾਲੀ ਦਲ ਦਾ ਸਾਥ ਦੇਣਗੇ, ਬਸਪਾ ਦੀ ਅਲਾਇੰਸ ਦਾ ਸਾਥ ਦੇਣਗੇ। ਸਰ ਇੱਕ ਵਾਰੀ ਫੇਰ ਪੇ ਕਮਿਸ਼ਨ ਨੂੰ ਅੱਗੇ ਪਾ ਦਿੱਤਾ ਗਿਆ ਸਰਕਾਰ ਵੱਲੋਂ। ਹਾਂਜੀ, ਪੇ ਕਮਿਸ਼ਨ ਨੂੰ ਇੱਕ ਵਾਰੀ ਫੇਰ ਅੱਗੇ ਪਾ ਦਿੱਤਾ ਗਿਆ ਪੰਜਾਬ ਸਰਕਾਰ ਵੱਲੋਂ। ਨਹੀਂ, ਸਰਕਾਰ ਨੇ ਤਾਂ ਪੇ ਕਮਿਸ਼ਨ ਇੰਪਲੀਮੈਂਟ ਹੀ ਨਹੀਂ ਕਰਨੀ ਜੀ। ਅਸੀਂ ਤਾਂ ਅੱਜ ਦੇ ਨਹੀਂ ਕਹਿ ਰਹੇ, 4.5 ਸਾਲ ਦੇ ਕਹਿ ਰਹੇ। ਦੇਖੋ, ਸਰਕਾਰ ਜਦ ਬਣੀ ਸੀ ਇਹਨਾਂ ਦਾ ਵਾਅਦਾ ਸੀ ਕਿ ਪਹਿਲੀ ਕੈਬਨਿਟ ਮੀਟਿੰਗ 'ਚ ਜਿੰਨੇ ਵੀ ਕੱਚੇ ਮੁਲਾਜ਼ਮ ਆ ਪੱਕੇ ਕਰ ਦਿਆਂਗੇ। ਅਖੀਰਲੀ ਕੈਬਨਿਟ ਵੀ ਮੁੱਕਣ ਨੂੰ ਆਈ ਆ। ਪੱਕੇ ਤਾਂ ਕੀ ਕਰਨੇ ਸੀ, ਕੁੱਟ-ਕੁੱਟ ਪੱਕੇ ਕਰਦੇ। ਇਸੇ ਤਰ੍ਹਾਂ ਪੇ ਕਮਿਸ਼ਨ ਜਿਹੜਾ ਲਾਗੂ ਕਰਨਾ ਸੀ, ਪਹਿਲੀ ਗੱਲ ਤਾਂ 5000 ਇਹਨਾਂ ਦੇ ਡੀਏ ਭੱਤੇ ਦਾ ਹੀ ਖਾ ਗਈ ਹੈ, ਦਿੱਤੇ ਹੀ ਨਹੀਂ ਪਿਛਲੇ 4.5 ਸਾਲਾਂ 'ਚ। ਜੇ ਉਹ ਭੱਤੇ ਦਿੱਤੇ ਹੁੰਦੇ ਤੇ ਇਹਨਾਂ ਦੇ ਪੈਸੇ ਹੋਰ ਵਧਣੇ ਸੀ। ਮਗਰ ਪੇ ਕਮਿਸ਼ਨ ਲਾਗੂ ਕਿੱਥੇ ਹੋਣਾ? ਸਾਰੇ ਹੀ ਵਰਗ
ਉਹ ਤਾਂ ਕਹਿੰਦੇ ਕਰੋਨਾ ਵਾਰੀਅਰ ਨੇ ਜਿੰਨੇ ਵੀ ਹੈਲਥ ਵਰਕਰ ਨੇ ਡਾਕਟਰ ਨੇ ਉਹ ਤਾਂ ਸਾਰੇ ਇਹਦੇ ਉਲਟ ਨੇ। ਸਾਰੇ ਮਹਿਕਮੇ ਇਸ ਪੇ ਕਮਿਸ਼ਨ ਦੀ ਸਿਫਾਰਸ਼ਾਂ ਦੇ ਉਲਟ ਹੈ ਤੇ ਹੁਣ ਸਰਕਾਰ ਆਪ ਹੀ ਨਹੀਂ ਇਹਨੂੰ ਰეკਮੈਂਡ ਕਰਦੀ ਦੇ ਰਹੀ ਹੈ। ਮਹੀਨੇ ਤਾਂ ਰਹਿ ਗਏ 3 ਕੋਟ ਤੋਂ ਪਹਿਲਾਂ। ਜਿਵੇਂ ਆ ਗੰਨੇ ਦਾ ਭਾਅ ਇਹਨਾਂ ਨੇ 4.5 ਸਾਲ ਵਧਾਇਆ ਨਹੀਂ, ਪਿਛਲਾ ਬਕਾਇਆ ਦਿੱਤਾ ਨਹੀਂ, ਔਰ ਜੋ ਗੰਨੇ ਦੇ ਰੇਟ ਦਾ ਫਰਕ ਸੀ ਜੇ ਹਰਿਆਣਾ ਤੇ ਯੂਪੀ ਨਾਲ ਵੇਖੋ 1000 ਕਰੋੜ ਦਾ ਨੁਕਸਾਨ ਪੰਜਾਬ ਦੇ ਕਿਸਾਨਾਂ ਦਾ ਹੋਇਆ। ਜੇ ਅੱਜ 360 ਕਰ ਵੀ ਦਿੱਤੇ ਆ ਇਹਨਾਂ ਨੇ ਤਾਂ ਦੇਣੇ ਹੀ ਨਹੀਂ, ਕਿਉਂਕਿ ਜਾਬਤਾ ਲੱਗ ਜਾਣਾ ਦਸੰਬਰ 'ਚ ਦਊਗੀ ਤਾਂ ਅਗਲੀ ਸਰਕਾਰ। ਇਹਨਾਂ ਨੇ ਤਾਂ ਅਮਲੀ ਤੌਰ ਤੇ ਉਹਨਾਂ ਨੂੰ ਵੀ ਕੱਖ ਨਹੀਂ ਦਿੱਤਾ। ਇਸ ਲਈ ਕਾਂਗਰਸ ਪਾਰਟੀ ਅੱਜ 2 ਗੁੱਟਾਂ 'ਚ ਵੰਡੀ ਹੋਈ ਆ। ਇੱਕ ਕਾਂਗਰਸ ਠੋਕੋਤਾਲੀ, ਇੱਕ ਕਾਂਗਰਸ ਅਮਰਿੰਦਰ ਤੇ ਇੱਕ ਕੱਲ ਮੈਂ ਵਿਧਾਨ ਸਭਾ 'ਚ ਵੇਖਿਆ ਕਾਂਗਰਸ ਆਈ ਜਿਹੜੀ ਇਹਨਾਂ ਦੀ ਇੰਦਰਾ ਕਾਂਗਰਸ ਹੈ। ਉਹ ਕਦੇ ਕਾਂਗਰਸ ਆਈ ਹੈ ਇਹਨੂੰ ਡਿੱਗ ਜਾਂਦੀ ਹੈ, ਕਦੇ ਉਹਨੂੰ ਡਿੱਗ ਜਾਂਦੀ ਹੈ। ਲੋਕਾਂ ਦਾ ਤਾਂ ਮਸਲਾ ਹੀ ਕੋਈ ਨਹੀਂ, ਇਹਨਾਂ ਤਾਂ ਆਪਦੀ ਕੁਰਸੀ ਤੱਕ ਦੀ ਲੜਾਈ ਹੈ। ਨਹੀਂ ਤਾਂ ਕੱਲ ਲਿਆਉਂਦੇ ਨੋ ਕਾਨਫੀਡੈਂਸ ਮੋਸ਼ਨ। ਗੱਲਾਂ ਕਰੇ ਦਾ ਕੀ ਫਾਇਦਾ ਕਿ 7 ਦਿਨ ਦਾ ਸੈਸ਼ਨ ਹੋ ਜਿੱਦੇ ਤੁਸੀਂ ਕਹਿੰਦੇ ਹੋ ਠੋਕੋਤਾਲੀ ਹੋਰੀ ਕਹਿੰਦੇ ਐਮਐਲਏ ਇਹਨਾਂ ਦੇ ਨਾਲ ਹੈ, ਫਿਰ ਕੱਲ ਮੇਰਾ ਸਾਥ ਦਿੰਦੇ, ਅਸੀਂ ਉਹਨਾਂ ਦਾ ਸਾਥ ਦੇਣ ਨੂੰ ਤਿਆਰ ਸਾਂ। ਲੋਕਾਂ ਨੂੰ ਨਹੀਂ ਮੂਰਖ ਬਣਾ ਸਕੋਗੇ ਤੁਸੀਂ ਇਸ ਤਰ੍ਹਾਂ, ਕਿਉਂਕਿ ਲੋਕਾਂ ਦੇ ਮੁੱਦੇ ਚਾਹੇ ਉਹ 5 ਰੁਪਏ ਬਿਜਲੀ ਹੈ, ਚਾਹੇ ਉਹ ਘਰ ਨੌਕਰੀ ਹੈ, ਚਾਹੇ ਕਰਜ਼ਾ ਮਾਫੀ ਹੈ, ਚਾਹੇ ਉਹ ਵੈਲਫੇਅਰ ਦੀਆਂ ਸਕੀਮਾਂ ਨੇ, ਚਾਹੇ ਉਹ ਆਟੇ ਦਾਲ ਦੇ ਜਿਹੜੇ ਕਾਰਡ ਕੱਟੇ ਗਏ ਉਹਦੇ 'ਚ ਤਾਂ ਕੁਝ ਕੰਮ ਹੀ ਨਹੀਂ ਹੋ ਰਿਹਾ। ਆਪਸ 'ਚ ਬਸ ਲੜਾਈ ਝਗੜਾ ਛੇੜਿਆ, ਲੋਕਾਂ ਦੀ ਤਾਂ ਗੱਲ ਹੀ ਨਹੀਂ ਹੋ ਰਹੀ। ਪੰਜਾਬ ਦੇ ਲੋਕਾਂ ਨੂੰ 3 ਰੁਪਏ ਬਿਜਲੀ ਮੇਰੇ ਜਿਹੜਾ ਸੁਪਨਾ ਦਿਖਾ ਰਹੇ ਜਦੋਂ ਸਟੇਟ ਤੇ ਕਹਿੰਦੇ ਫਿਰ ਇਹ ਮਿਲੇਗੀ ਮੀਡੀਆ ਸਾਹਿਬ ਕਿ ਨਹੀਂ? ਉਹ ਗਗਨ ਜੀ ਜਿਹਨੂੰ ਮਹਿਕਮਾ ਮਿਲਿਆ ਸੀ 19 'ਚ ਮਹਿਕਮਾ ਛੱਡ ਕੇ ਭੱਜ ਗਿਆ, ਉਹਨੇ ਕਿੱਥੋਂ ਦੇ ਦੇਣੀ ਹੈ 3 ਰੁਪਏ ਬਿਜਲੀ ਦਾ? ਸਾਰੇ ਦੇਸ਼ 'ਚ ਕੋਈ ਸੂਬਾ ਨਹੀਂ ਦੇ ਰਿਹਾ। ਇਸ ਲਈ ਇਹ ਤਾਂ ਐਵੇਂ ਮਤਲਬ ਲੋਕਾਂ ਨੂੰ ਇੱਕ ਇਹ 4 ਮਹੀਨੇ ਜੇ ਇਲੈਕਸ਼ਨ ਨੂੰ ਰਹਿ ਜਾਂਦੇ ਆ, ਇਹ ਬੰਦੇ ਦਾ ਇੱਕ ਕੰਮ ਰਹਿੰਦਾ ਲੋਕਾਂ ਨੂੰ ਮੂਰਖ ਬਣਾਉਣਾ। ਜਦੋਂ ਇਹਨੂੰ ਮਹਿਕਮਾ ਮਿਲਦਾ ਸੀ ਉਦੋਂ ਘੁੱਗੀ ਮਾਰਦਾ, ਮੇਰੇ ਰੁਪਏ ਵੱਲੋਂ 1 ਰੁਪਏ ਤੇ ਕਰ ਦਿੰਦਾ। ਮੈਂ 100 ਵਾਰੀ ਵੀ ਵਿਰੋਧ ਕਰਦਾ, ਲੋਕਾਂ ਨੇ ਸੱਚ ਨੂੰ ਤਾਂ ਕਬੂਲ ਕਰਨਾ ਸੀ ਨਾ। ਮਗਰ ਜਦ 4.5 ਸਾਲ ਹਜ਼ਾਰਾਂ ਕਰੋੜ ਰੁਪਈਆ ਤੁਸੀਂ ਲੋਕਾਂ ਦੀ ਜੇਬਾਂ 'ਚੋਂ 12 ਰੁਪਏ ਦੇ ਰੇਟ ਨਾਲ ਕੱਢ ਲਏ, ਅੱਜ ਤੁਹਾਡੀ ਇਹਨਾਂ ਗੱਲਾਂ ਦਾ ਫਾਇਦਾ ਕੀ ਹੈ? ਤੁਸੀਂ ਤਾਂ ਕਹਿੰਦੇ ਸੀ ਸੈਸ਼ਨ 'ਚ ਇਹ ਗੱਲਾਂ ਉਠਾਈਆਂ ਜਾਣਗੀਆਂ। ਜਦੋਂ ਮੈਂ ਉੱਠ ਕੇ ਬੋਲਿਆ ਕਿ VOTING ਹੋਣੀ ਚਾਹੀਦੀ, ਇਹਨਾਂ ਨੇ ਉਦੋਂ ਨਹੀਂ ਸਾਥ ਦਿੱਤਾ। VOTING ਮੈਂ ਇਸ ਲਈ ਮੰਗੀ ਕਿਉਂਕਿ ਇਹ ਬਿਆਨ ਦੇ ਰਹੇ ਸੀ ਪਹਿਲਾਂ ਕਿ ਠੋਕੋਤਾਲੀ ਕਾਂਗਰਸ ਅੱਡ ਹੈ, ਕੈਪਟਨ ਅਮਰਿੰਦਰ ਦੀ ਕਾਂਗਰਸ ਅੱਡ ਹੈ, ਤੇ ਕੁਝ ਜਿਹੜੇ ਵਿਚੋਲੀਏ ਨੇ ਕਾਂਗਰਸ ਆਈ ਵਾਲੇ ਜਿਹੜੇ ਕਦੇ ਇਹਨੂੰ ਡਿੱਗਦੇ ਕਦੇ ਉਹਨੂੰ, ਸਭ ਦੇ ਚਿਹਰੇ ਨੰਗੇ ਹੋ ਜਾਣੇ ਸੀ, ਪਤਾ ਲੱਗ ਜਾਣੀ ਕੌਣ ਕਿੱਥੇ ਖਲੋਤਾ। ਕਿ ਲੋਕਾਂ ਦੇ ਮੁੱਦੇ 'ਚ ਖਲੋਤੇ ਵੀ ਨਹੀਂ, ਮਗਰ ਸਾਰਿਆਂ ਨੇ ਉਦੋਂ ਫਿਕਸਡ ਮੈਚ ਖੇਡਿਆ ਤੇ ਕਪਤਾਨ ਦੇ ਮਗਰ ਜਾ ਕੇ ਖਲੋ ਗਏ ਤਾਂ ਸਾਫ਼ ਹੋ ਗਈ ਗੱਲ ਕਿ ਤਾਂ ਕੇਵਲ ਤੇ ਕੇਵਲ ਸੁਰਖੀਆਂ ਬਟੋਰਨ ਵਾਸਤੇ ਬਿਆਨ ਨੇ, ਲੋਕਾਂ ਪ੍ਰਤੀ ਕੋਈ ਸੱਚੀ ਸੋਚ ਨਹੀਂ। ਜਿਹੜੀ ਸਾਹਿਬ ਜਿਹੜੀ ਸੁਖਬੀਰ ਜੀ ਨੇ ਕੱਲ੍ਹ ਬਿਆਨ ਦਿੱਤਾ ਤਾਂ ਇਸ ਨੂੰ ਲੈ ਕੇ ਅਕਾਲੀ ਦਲ ਦੇ ਅਗਲੇ ਦਿਨਾਂ ਦੇ ਵਿੱਚ ਕੀ ਲੈ ਕੇ ਜਿਵੇਂ 7 ਦਿਨ ਦੇ ਪ੍ਰੋਗਰਾਮ ਡਿਲੇ ਕਰਤੇ, ਅਕਾਲੀ ਦਲ ਨੇ ਕਿਸਾਨਾਂ ਵੱਲੋਂ ਵਿਰੋਧ ਮਾਹੌਲ ਖਰਾਬ ਕਰਨ ਦੀ ਗੱਲ ਕੀਤੀ ਕਿ ਰਾਸ਼ਟਰਪਤੀ ਸ਼ਾਸਨ ਲੋਕ ਦੀ ਸਾਜ਼ਿਸ਼ਾਂ ਨੇ। ਦੇਖੋ ਅਸੀਂ ਕਿਸਾਨੀ ਦਾ ਬੜਾ ਸਤਿਕਾਰ ਕਰਦੇ ਹਾਂ ਔਰ ਸਾਨੂੰ ਇਸ ਗੱਲ ਦਾ ਮਾਣ ਵੀ ਹੈ ਕਿ ਜਿੰਨੀਆਂ ਵੀ ਹੋਰ ਸਰਕਾਰਾਂ ਨੇ ਅੱਜ ਵੀ ਦੇਸ਼ 'ਚ ਚੱਲ ਰਹੀਆਂ ਨੇ ਉਹਨਾਂ ਤੋਂ ਵੱਧ ਹੀ ਕਿਸਾਨਾਂ ਵਾਸਤੇ ਕੀਤਾ, ਘੱਟ ਨਹੀਂ ਕੀਤਾ। ਕਿਸੇ ਸੂਬੇ 'ਚ ਵੀ ਬੰਬੀਆਂ ਦੇ ਬਿੱਲ, ਪਾਣੀ ਜਿਹੜੇ ਨਹਿਰੀ ਮਾਮਲਾ ਉਹ ਮਾਫ ਨਹੀਂ, ਇਕੱਲਾ ਬਾਦਲ ਸਾਹਿਬ ਨੇ ਇਹਨੂੰ ਮਾਫ ਕੀਤਾ। ਔਰ ਬਾਕੀ ਸਾਰੀਆਂ ਫਸਲਾਂ ਦੇ ਰੇਟ, ਡੀਜ਼ਲ ਦੇ ਭਾਅ, ਪੈਟਰੋਲ ਦੇ ਭਾਅ, ਖਾਦਾਂ ਦੇ ਭਾਅ, ਦਵਾਈਆਂ ਦੇ ਭਾਅ ਸਭ ਸੈਂਟਰ ਮੁਕਰਰ ਕਰਦਾ। ਹਮੇਸ਼ਾ ਜਦੋਂ ਬਾਦਲ ਸਾਹਿਬ ਦੇ ਕੋਲ ਇੱਕ ਫੈਸਲਾ ਸੀ ਕਿਸਾਨਾਂ ਦੇ ਹੱਕ 'ਚ ਜਿੱਥੇ ਉਹ ਕੀਤਾ, ਬਿਜਲੀ ਮਾਫ ਕੀਤੀ, ਕੋਈ ਹੋਰ ਸੂਬਾ ਨਹੀਂ ਕਰ ਰਿਹਾ, ਨਾ ਦਿੱਲੀ ਵਾਲੇ ਕਰ ਰਹੇ, ਨਾ ਹਰਿਆਣੇ ਵਾਲੇ ਕਰ ਰਹੇ, ਨਾ ਕੋਈ ਹੋਰ ਕਰ ਰਿਹਾ, ਬਿਲਕੁਲ ਹੀ ਮੁਫਤ ਕਰ ਛੱਡਿਆ। 1 ਲੱਖ ਕਰੋੜ ਅੱਜ ਤੱਕ ਪਿਛਲੇ ਕੁਝ ਸਾਲਾਂ 'ਚ ਲੋਕਾਂ ਦੀ ਜੇਬ 'ਚੋਂ ਨਿਕਲ ਕੇ ਜਾਣਾ ਸੀਗਾ ਬਿਜਲੀ ਦੇ ਬਿੱਲਾਂ ਦੇ ਰੂਪ 'ਚ, ਜਿਹੜਾ ਲੋਕਾਂ ਨੂੰ ਨਹੀਂ ਦੇਣਾ ਪਿਆ। ਇਸੇ ਤਰ੍ਹਾਂ ਦਲਿਤ ਭਰਾਵਾਂ ਲਈ, ਬੈਕਵਰਡ ਵੀਰਾਂ ਲਈ ਯੂਨਿਟ ਮਾਫ ਕੀਤੇ, ਇੱਥੋਂ ਤੱਕ ਕਿ ਕਈ ਤਾਂ ਕੁੰਡੀ ਵੀ ਲਾ ਛੱਡਦੇ ਸੀ, ਭਾਵੇਂ ਮੈਂ ਗੈਰ ਕਾਨੂੰਨੀ ਕੰਮ ਹੈ ਨਹੀਂ ਕਰਨਾ ਚਾਹੀਦਾ, ਮਗਰ ਬਾਦਲ ਸਾਹਿਬ ਨੇ ਉਸ ਲੋੜਵੰਦ ਦੇ ਦਰਦ ਨੂੰ ਸਮਝਿਆ ਔਰ ਉਹਨੂੰ ਕਿਹਾ ਭਾਈ ਇਹ ਕੰਮ ਨਾ ਕਰੋ, ਮਗਰ ਆਪ ਬਿਜਲੀ ਸਸਤੀ ਦਿੱਤੀ। ਸਾਡੇ ਵੇਲੇ ਤਾਂ ਰੌਲਾ ਨਹੀਂ ਸੀ 12 ਰੁਪਏ ਬੱਤੀ ਦਾ, ਉਦੋਂ ਤਾਂ 5.5 ਦੀ ਮਿਲਦੀ ਸੀ। ਇਸ ਲਈ ਇਹ ਸਾਰੇ ਮੁੱਦਿਆਂ ਨੂੰ ਲੈ ਕੇ ਅਸੀਂ ਕਿਸਾਨ ਭਰਾਵਾਂ ਨੂੰ ਇਹ ਕਿਹਾ ਕਿ ਦੇਖੋ ਕਿਸਾਨੀ ਅੰਦੋਲਨ ਨੂੰ ਬਦਨਾਮ ਕਰਦਾ, ਕਿਸਾਨ ਤਾਂ ਜ਼ਿੰਦਗੀ ਮੌਤ ਦੀ ਲੜਾਈ ਲੜ ਰਹੇ ਦਿੱਲੀ ਦੇ ਬਾਰਡਰ ਤੇ। ਪੰਜਾਬ ਦੇ ਪਿੰਡਾਂ 'ਚ ਕਾਹਦੀ ਲੜਾਈ ਹੈ ਉਹਨਾਂ ਦੀ? ਪੰਜਾਬ 'ਚ ਤਾਂ ਸਾਰਾ ਹੀ ਪੰਜਾਬ ਉਹਨਾਂ ਦੇ ਨਾਲ ਆ, ਸਿਵਾਏ ਭਾਜਪਾ ਨੂੰ ਛੱਡ ਕੇ ਸਾਰੀਆਂ ਪਾਰਟੀਆਂ ਉਹਨਾਂ ਦੇ ਨਾਲ ਆ। ਫਿਰ ਇੱਥੇ ਇੱਕ ਦੂਜੇ ਦਾ ਵਿਰੋਧ ਕਿਉਂ? ਇਹ ਸਾਰਾ ਕੁਝ ਕਾਂਗਰਸ ਔਰ ਸਭ ਨੂੰ ਪਤਾ, ਕੇਜਰੀਵਾਲ ਆਪ ਕਹਿੰਦਾ ਮੈਂ RSS, ਸਾਡਾ ਪਰਿਵਾਰ RSS ਦਾ ਪਰਿਵਾਰ ਹੈ।
ਇਹ ਜਿਹੜੇ ਹੁਕਮ ਉੱਥੋਂ ਆਉਂਦੇ ਆ, ਜਿਹੜੇ ਚਾਹੁੰਦੇ ਕਿ ਪੰਜਾਬ 'ਚ ਛਿੱਤਰੋ ਛਿੱਤਰੀ ਹੋ, ਭਰਾ ਮਾਰੂ ਜੰਗ ਕਰਾ ਦਿਓ ਆਪਸ 'ਚ। ਇੱਥੇ ਅੱਗੇ ਕਦੇ ਗ੍ਰਨੇਡ ਦੀ ਰਿਕਵਰੀ, ਕਦੇ ਪਿਸਤੌਲ ਦੀ ਰਿਕਵਰੀ, ਕਦੇ ਟਿਫਨ ਬਾਕਸ ਦੇ RDX ਦੀ ਰਿਕਵਰੀ, ਫਿਰ ਬੜਾ ਸੌਖਾ ਹੋ ਜੂ ਕਿ ਕਹਿਣਾ ਕਿ ਬਾਰਡਰ ਸਟੇਟ ਹੈ, ਮਾਹੌਲ ਖਰਾਬ ਹੈ, ਆਪਣੀਆਂ ਪਾਰਟੀਆਂ ਪ੍ਰਚਾਰ ਨਹੀਂ ਕਰ ਪਾ ਰਹੀਆਂ, ਇੱਥੇ ਰਾਸ਼ਟਰਪਤੀ ਰਾਜ ਲੱਗ ਜਾ। ਅੱਗੇ 20 ਸਾਲ ਲੱਗਿਆ ਰਿਹਾ ਸੀ, ਫੇਰ ਲੱਗੂਗਾ। ਲੜਾਈ ਦਿੱਲੀ ਨਾਲ ਹੈ, ਲੜਾਈ ਕਾਲੇ ਕਾਨੂੰਨ ਵਾਪਸ ਕਰਾਉਣ ਦੀ ਹੈ। ਆਪਾਂ ਲੜਾਈ ਦਿੱਲੀ ਤੱਕ ਸੀਮਿਤ ਰੱਖੀ ਅਸੀਂ ਨਾਲ, ਮਗਰ ਇਹ ਸਪਸ਼ਟ ਹੀ ਹੋ ਗਿਆ ਸ਼੍ਰੀ ਹਰਗੋਬਿੰਦਪੁਰ ਸਾਹਿਬ ਜਿਸ ਦਿਨ ਮੈਂ ਗਿਆ ਸੀ, ਮੈਂ ਤਾਂ ਜਨਤਕ ਕਰਕੇ ਉਹ 9 ਕਿਹੜੇ ਆਏ ਕੱਲ ਸ਼ਰਨਜੀਤ ਢਿੱਲੋਂ ਨੇ 9 ਜਨਤਕ ਕਰਤੇ। ਫਿਰ ਜਿਹੜੇ ਮੋਗੇ ਇੰਸੀਡੈਂਟ ਹੋਇਆ, ਪੁਲਿਸ ਫੋਰਸ ਵਰਤੀ ਕੀ ਨੇ? ਪੁਲਿਸ ਹੈਗੀ ਦੇ ਥੱਲੇ, ਕਾਂਗਰਸ ਥੱਲੇ, ਵਰਤੀ ਕਾਂਗਰਸ ਨੇ। ਸਾਰਾ ਡਰਾਮਾ ਉਹਨਾਂ ਨੇ ਕਰਾਇਆ। ਅਸੀਂ ਨਹੀਂ ਕਿਸੇ ਯੂਜ਼ ਆਫ ਫੋਰਸ ਦੇ ਹੱਕ 'ਚ, ਸਾਡੇ ਨਾਲ ਤਾਂ ਮਸਲਾ ਹੀ ਕੋਈ ਨਹੀਂ ਖੜਾ ਹੋਇਆ। ਮਗਰ ਜਿਹੜੇ ਪਰਚੇ 'ਚ ਨਾਮ ਲਿਖੇ ਗਏ ਆ ਉਹ ਕਿਤੇ ਨਾ ਕਿਤੇ ਕਾਂਗਰਸ ਦੇ ਵਰਕਰ ਆ ਜਾਂ ਆਪ ਦੇ ਵਰਕਰ, ਉਹ ਲਿਸਟ ਵੀ ਕੱਲ ਰਿਲੀਜ਼ ਹੋਈ ਆ। ਇਸ ਲਈ ਕਿਸਾਨੀ ਨੂੰ, ਅੰਦੋਲਨ ਨੂੰ ਬਦਨਾਮ ਕਰਨਾ, ਕਿਸਾਨ ਭਰਾਵਾਂ ਨੂੰ ਜੈ ਜਵਾਨ ਜੈ ਕਿਸਾਨ ਜਿਨ੍ਹਾਂ ਨੂੰ ਆਪਾਂ ਸਤਿਕਾਰ ਦਿੰਦੇ ਆ, ਉਹਨਾਂ ਨੂੰ ਬਦਨਾਮ ਘਟੀਆ ਗੱਲ ਹੈ, ਮਾੜੀ ਗੱਲ ਹੈ, ਇਹ ਨਹੀਂ ਹੋਣੀ ਚਾਹੀਦੀ। ਤੁਸੀਂ ਜਿਹੜੇ ਪਿਛਲੇ ਮਿਊਨਿਸਪੈਲਿਟੀ ਦੀਆਂ ਚੋਣਾਂ ਹੋਈਆਂ, ਔਰ ਅਸੀਂ ਜੇ ਆਪਦੇ ਪ੍ਰੋਗਰਾਮ 7 ਦਿਨ 6 ਦਿਨ ਅੱਗੇ ਕੀਤੇ ਆ। ਜੇ ਕੋਈ ਸਵਾਲ ਪੁੱਛਣਾ ਚਾਹੁੰਦਾ ਮੈਨੂੰ ਪੁੱਛੇ ਸੀ, ਮੈਂ ਤਾਂ ਆਪ ਬੜੇ ਸਤਿਕਾਰ ਨਾਲ ਆਪਦੀਆਂ ਜੋ ਗਲਤੀਆਂ ਸੀ ਉਹ ਵੀ ਕਬੂਲੀਆਂ, ਜੋ ਕੰਮ ਕੀਤੇ ਉਹ ਵੀ ਮੰਨੇ। ਅਸੀਂ ਤਾਂ ਬੜੇ ਸਪਸ਼ਟ ਆ। ਫਿਰ ਪਾਰਲੀਮੈਂਟ 'ਚ ਜਿਸ ਦਿਨ ਐਕਟ ਬਣਨਾ ਸੀਗਾ, ਸਾਡਾ ਭਾਸ਼ਣ ਔਨ ਰਿਕਾਰਡ ਹੈ, ਵਜ਼ੀਰੀ ਛੱਡਣੀ ਔਨ ਰਿਕਾਰਡ ਹੈ, 30 ਸਾਲ ਦਾ ਰਿਸ਼ਤਾ ਤੋੜਦਾ ਔਨ ਰਿਕਾਰਡ ਹੈ। ਇਸ ਲਈ ਇਹ ਜਿਹੜੇ ਲੋਕ ਹਾਲਾਤ ਖਰਾਬ ਕਰਨਾ ਚਾਹ ਰਹੇ ਆ ਕੇਂਦਰ ਨਾਲ ਰਲ ਕੇ, ਇਹ ਉਹਨਾਂ ਲੋਕਾਂ ਦੀ ਪਛਾਣ ਹੋਣੀ ਚਾਹੀਦੀ, ਨਹੀਂ ਤਾਂ ਬਹੁਤ ਵੱਡਾ ਨੁਕਸਾਨ ਹੋਊਗਾ। ਜੇ ਗਵਰਨਰੀ ਪ੍ਰੈਜ਼ੀਡੈਂਟ ਸਕੂਲ ਲੱਗ ਗਿਆ, ਫਿਰ ਤੁਹਾਡੀ ਮੇਰੀ ਤਾਂ ਕਿਸੇ ਦੀ ਨਹੀਂ ਸੁਣੀ ਜਾਣੀ। ਉਹ ਜੋ ਜੰਮੂ ਕਸ਼ਮੀਰ 'ਚ ਹੋ ਰਿਹਾ ਉਹ ਕੰਮ ਇੱਥੇ ਹੋਊਗਾ। ਕਿਸਾਨਾਂ ਕੋਲ ਜਾ ਰਹੇ ਹੋ ਤੁਸੀਂ ਹੁਣ? ਕਿਸਾਨਾਂ ਨੂੰ ਜਿਹੜੀ ਤੁਸੀਂ ਕੱਲ ਸੁਖਬੀਰ ਜੀ ਨੇ ਕਿਹਾ ਜਿੱਥੇ ਕਹਿਣਗੇ ਭਰਾ ਨੰਗੇ ਪੈਰੀ ਜਾਵਾਂਗੇ, ਜੇ ਉਹ ਕਿਤੇ ਸਾਨੂੰ ਸੱਦਣਗੇ ਅਸੀਂ ਚਲੇ ਜਾਵਾਂ, ਜੇ ਉਹ ਆ ਕੇ ਕੋਈ ਸਵਾਲ ਕਰਨਾ ਜਿਵੇਂ ਉਹਨਾਂ ਨੂੰ ਚੰਗਾ ਲੱਗਦਾ ਅਸੀਂ ਹੱਥ ਜੋੜ ਕੇ ਗੱਲ ਮੰਨਣ ਨੂੰ ਤਿਆਰ। ਮਗਰ ਇਹ ਕਾਂਗਰਸ ਤੇ ਆਪ ਦੀ ਜਿਹੜੀ ਪੰਜਾਬ ਤੋਂ ਕਿਸਾਨ ਨੂੰ ਇੱਕ ਗਲਤ ਰੂਪ 'ਚ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਉਹਦੇ ਕਰਕੇ ਅਸੀਂ ਆਪਦੇ ਪ੍ਰੋਗਰਾਮ ਸਸਪੈਂਡ ਕੀਤੇ ਆ ਕਿ ਇਹਨਾਂ ਦੇ ਚਿਹਰੇ ਬੇਨਕਾਬ ਹੋਣ ਔਰ ਇੱਥੇ ਰਾਸ਼ਟਰਪਤੀ ਸ਼ਾਸਨ ਨਾਲ। ਕਿਉਂਕਿ ਮਜੀਠੀਆ ਸਾਹਿਬ ਇਹ ਜਿਹੜੀ ਲੜਾਈ ਆ ਇਹ ਪੰਜਾਬ ਦੀ ਆ, ਤੇ ਕਿਤੇ ਸੰਯੁਕਤ ਮੋਰਚੇ ਨੂੰ ਵੀ ਇਹ ਚਾਹੀਦਾ ਵਾ ਵੀ ਇਹ ਨਿਤਾਰਾ ਕਰੇ ਵੀ ਕਿਹੜੇ ਜਿਹੜੀ ਰਾਜਨੀਤਿਕ ਪਾਰਟੀ ਆ ਉਹਦਾ ਟਰੈਕ ਰਿਕਾਰਡ ਵੇਖ ਕੇ ਵੀ ਕਿਹੜੀ ਇਹਨਾਂ ਦੇ ਨਾਲ ਹਮਾਇਤ 'ਚ ਆ ਤੇ ਕਿਹੜੀ ਦੂਜੇ ਕੰਮ ਕਰਦੀ ਆ। ਦੇਖੋ ਕੱਲ ਉਗਰਾਹਾ ਸਾਹਿਬ ਦੀ ਸਟੇਟਮੈਂਟ ਆਈ ਹੈ, ਕਈਆਂ ਦੀ ਇਸ ਮਸਲੇ 'ਚ ਸਟੇਟਮੈਂਟ ਆ ਗਈ ਹੈ ਔਰ ਉਹਨਾਂ ਨੇ ਬਹੁਤ ਸਿਆਣੀ ਗੱਲ ਕੀਤੀ ਹੈ, ਡੂੰਘੀ ਗੱਲ ਕੀਤੀ ਹੈ ਕਿ ਆਪਾਂ ਧਿਆਨ ਕਰੀਏ ਇਸ ਗੱਲ ਦਾ ਕਿ ਸਾਡੀ ਲੜਾਈ ਦਿੱਲੀ 'ਚ ਕੇਂਦਰ ਸਰਕਾਰ ਨਾਲ ਹੈ ਔਰ ਜੇ ਇਹ ਹਾਲਾਤ ਜੋ ਬਣਾਏ ਜਾ ਰਹੇ ਆ, ਜੇ ਇਹਦੇ ਸ਼ਿਕਾਰ ਅਸੀਂ ਸਾਰੇ ਹੋ ਗਏ ਤੇ ਨੁਕਸਾਨ ਸਾਡਾ ਹੋਣਾ। ਕਾਲੇ ਕਾਨੂੰਨ ਲਾਗੂ ਦੇ ਲਾਗੂ ਰਹਿਣੇ ਆ ਪੰਜਾਬ 'ਚ, ਤਾਂ ਅੱਗੇ ਕਪਤਾਨ ਨੇ ਲਾਗੂ ਕਰ ਛੱਡੇ। ਦੇਖੋ ਕੱਲ ਮੈਂ ਜੀ ਤੇਰਾ ਬੜਾ ਸੀ ਮਗਰ ਮੈਂ ਚੁੱਪ ਰਿਹਾ। ਚੁੱਪ 400 ਸਾਲਾ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਅਸੀਂ ਮਨਾ ਰਹੇ ਸੀ, ਮਗਰ ਉੱਥੇ ਗਵਰਨਰ ਸਾਹਿਬ ਜਿਹੜੇ ਆਏ ਉਹ ਤਾਂ ਕੇਂਦਰ ਦੇ ਨੁਮਾਇੰਦੇ ਨੇ। ਉਹਨਾਂ ਨੂੰ ਸੱਦਾ ਦੇਣ ਤੋਂ ਪਹਿਲਾਂ ਇਹ ਤਾਂ ਗੱਲ ਕਹਿ ਦਿੰਦੇ ਕਿ ਸਾਡੇ ਜਿਹੜੇ ਤੁਹਾਡੇ ਕੋਲ ਕਾਲੇ ਕਾਨੂੰਨ ਪਏ ਆ ਵਾਪਸ ਕਰਾਓ ਫਿਰ ਆਓ, ਨਹੀਂ ਤਾਂ ਚੀਫ ਜਸਟਿਸ ਨੂੰ ਕਿਸੇ ਹੋਰ ਨੂੰ ਸੱਦ ਲੈਂਦੇ। ਇਸ ਲਈ ਇਹ ਫਿਕਸਡ ਮੈਚ ਖੇਡਿਆ ਜਾ ਰਿਹਾ ਕਾਂਗਰਸ ਨੂੰ, ਕਿਉਂਕਿ ਇਹ ਸਾਰੇ ਇਸ ਮੁੱਦੇ ਤੇ ਇਕੱਠੇ ਨੇ ਕਿਤੇ ਨਾ ਕਿਤੇ ਔਰ ਪੰਜਾਬ ਦੀ ਕਿਸਾਨੀ ਨੂੰ, ਪੰਜਾਬ ਦੇ ਮੁੱਦਿਆਂ ਨੂੰ, ਪੰਜਾਬ ਦੀ ਰੀਜਨਲ ਗੱਲ ਕਰਨ ਨੂੰ ਢਾਹ ਲਾਉਣ 'ਚ ਹਮੇਸ਼ਾ ਇਹ ਤਤਪਰ ਰਹੀ ਹੈ। ਕਿਸਾਨ ਲੀਡਰ ਵੀ ਜਿਸ ਤਰ੍ਹਾਂ ਕਹਿ ਰਹੇ ਕਿ ਸਿਆਸੀ ਪਾਰਟੀਆਂ ਨੂੰ ਆਪਣੀਆਂ ਅਜੇ 2 ਮਹੀਨੇ ਗਤੀਵਿਧੀਆਂ ਰੋਕ ਦੇਣੀਆਂ ਚਾਹੀਦੀਆਂ, ਉਹਦੇ ਨਾਲ ਕਿਸਾਨ ਮੋਰਚੇ ਨੂੰ ਢਾਹ ਲੱਗ ਰਹੀ ਹੈ। ਦੇਖੋ ਇਸ ਤਰ੍ਹਾਂ ਹੈ, ਅਸੀਂ ਉਹਨਾਂ ਨਾਲ ਗੱਲ ਕਰ ਰਹੇ ਹਾਂ, ਸਾਰੀ ਗੱਲਾਂ ਵਿਚਾਰ ਕੇ ਪਾਰਟੀ ਇਹਦੇ ਬਾਰੇ ਆਪ ਦੀ ਟਿੱਪਣੀ ਪੇਸ਼ ਕਰੂਗੀ, ਮਗਰ ਇਹ ਆਪ ਸੈਂਟਰ ਵੀ ਇਹੀ ਚਾਹੁੰਦੀ ਕਿ ਇਹ ਇੰਪ੍ਰੈਸ਼ਨ ਜਾਵੇ ਕਿ ਪੰਜਾਬ ਦੀਆਂ ਜਿਹੜੀਆਂ ਪਾਰਟੀਆਂ ਨੇ ਉਹ ਪ੍ਰਚਾਰ ਕਰਨ ਯੋਗੀਆਂ ਨਹੀਂ, ਇਸ ਲਈ ਰਾਸ਼ਟਰਪਤੀ ਰਾਜ ਲੱਗ ਜਾਏ। ਕਿੱਥੇ ਆਪਾਂ ਉਹਨਾਂ ਦੇ ਹੱਥ 'ਚ ਨਾ ਫਾਜੀਏ ਜਾ ਕੇ। ਜਿਹੜੇ ਸੈਂਟਰ ਇਹੀ ਕਹਿ ਰਹੀ ਹੈ ਕਿ ਪੰਜਾਬ ਦੀ ਪਾਰਟੀਆਂ ਪਿੰਡਾਂ 'ਚ ਜਾਣ ਯੋਗੀਆਂ ਨਹੀਂ, ਇਸ ਲਈ ਇਲੈਕਸ਼ਨ ਕਰਾਉਣ ਦਾ ਮਤਲਬ ਕੋਈ ਨਹੀਂ। ਇਹ ਸਾਰੀਆਂ ਚੀਜ਼ਾਂ ਨੂੰ ਬੜੇ ਡੂੰਘਾਈ ਨਾਲ, ਧਿਆਨ ਨਾਲ ਵਿਚਾਰਨਾ ਸਭ ਨੂੰ ਪੈਣਾ, ਕਿਉਂਕਿ ਇਹਦੇ ਸਿੱਟੇ ਕਿਸਾਨੀ ਦੇ ਉਲਟ ਹੀ ਨਿਕਲਨੇ ਆ, ਪੰਜਾਬ ਦੇ ਉਲਟ ਨਿਕਲਨੇ।